लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। वाहिगुरु जी की फतेह। अंग है 473। ਹੁਣ तक 19 पौड़ियां संपूर्ण होईयां ने आसा दी वार दियां। श्लोक महला पहला। नानक फिक्कै बोलिया तन मन फिक्का होए, फिक्को फिक्का सदियै फिक्के फिक्की सोए। हाँ जी। श्लोक महला पहला। श्लोक महला पहला। नानक फिक्कै बोले, नानक फिक्कै बोले, तन मन फिक्का होए, तन मन फिक्का होए, फिक्को फिक्का सदियै, फिक्को फिक्का सदियै, फिक्के फिक्की सोए, फिक्को फिक्की सोए। श्लोक महला पहला। नानक फिक्कै बोलिया तन मन फिक्का होए, फिक्को फिक्का सदियै फिक्के फिक्की सोए। ਅਸੀਂ ਜੋ ਵੀ ਬੋਲਦੇ ਆ ਚੰਗਾ ਜਾਂ ਮਾੜਾ, ਉਹਦਾ ਪ੍ਰਭਾਵ ਸਾਡੇ ਮਨ ਤੇ ਤਨ ਤੇ ਪੈਂਦਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਜਿਹੜੇ ਫਿੱਕਾ ਬੋਲਦੇ ਨੇ, ਭਾਵ ਮੰਦਾ ਬੋਲਦੇ ਨੇ, ਭੈੜਾ ਬੋਲਦੇ ਨੇ, ਨਾਨਕ ਫਿੱਕਾ ਬੋਲੇ ਆ, ਤਨ ਮਨ ਫਿੱਕਾ ਹੋਏ। ਇਸ ਕਰਕੇ ਉਹਨਾਂ ਦੇ ਤਨ ਤੇ ਮਨ ਤੇ ਉਹਦਾ ਪ੍ਰਭਾਵ ਪੈਂਦਾ ਹੈ। ਉਹ ਬੁਰਾਈਆਂ ਅੰਦਰ ਪ੍ਰਗਟ ਹੋ ਜਾਂਦੀਆਂ ਨੇ। ਜਿਹੜੀ ਚੀਜ਼ ਨੂੰ ਬਾਰ-ਬਾਰ ਬੋਲਦੇ ਆ ਅਸੀਂ, ਉਹਦਾ ਪ੍ਰਭਾਵ ਸਾਡੇ ਤਨ ਤੇ ਮਨ ਤੇ ਮੈਂ ਕਹਿੰਦਾ ਦੋਵਾਂ ਪੈਂਦਾ ਹੈ। ਇਸ ਕਰਕੇ ਫਾਲਤੂ ਫਜ਼ੂਲ ਭੈੜਾ ਬੋਲਣ ਵਾਲੇ ਦਾ ਨਾਂ ਆਮ ਕਰਕੇ ਆਪਾਂ ਕਹਿ ਦਿੰਦੇ ਨਾ ਕਈ ਵਾਰੀ, ਇਹ ਤੇ ਫਲਾਨਾ ਬੰਦਾ ਤੇ ਭੌਂਕਾ ਹੈ ਜੀ, ਉਹ ਤੇ ਬੜਬੋਲਾ ਹੈ ਜੀ, ਉਹਦਾ ਨਾਂ ਇਸ ਕਰਕੇ ਪੈ ਜਾਂਦਾ, ਅੱਲ ਪੈ ਜਾਂਦੀ। ਮੇਰੇ ਕਹਿੰਦੇ ਉਹਦੀ ਸੋਭਾ ਅਖੀਰ ਤੱਕ ਚਲੀ ਜਾਂਦੀ ਵੀ ਨਹੀਂ ਜੀ ਇਹਦਾ ਕੀ ਕਹਿਣਾ, ਇਹ ਤਾਂ ਬੋਲਦਾ ਹੀ ਆਏ ਆ, ਇਹ ਤਾਂ ਵੱਢ ਖਾਣਿਆਂ ਦਾ। ਆਮ ਕਰਕੇ ਪਿੰਡਾਂ ਵਿੱਚ ਕਈ ਵਾਰੀ ਇਹ ਅੱਲਾਂ ਪੈ ਜਾਂਦੀਆਂ ਨੇ, ਇਹ ਵੱਢ ਖਾਣਿਆਂ ਦਾ ਘਰ ਹੈ ਜੀ। ਮੈਂ ਪੁੱਛਿਆ ਜੀ, ਕਹਿੰਦੇ ਉਹਨਾਂ ਦੀ ਜਿਹੜੀ ਬੋਲ ਬਾਣੀ ਹੈ ਨਾ ਉਹ ਇਸ ਤਰ੍ਹਾਂ ਹੀ ਹੈ। ਇਸ ਕਰਕੇ ਮੈਂ ਕਹਿੰਦਾ ਉਹਨਾਂ ਦੀ ਉਹ ਸੋ ਬਣ ਜਾਂਦੀ, ਉਹਨਾਂ ਦੀ ਅੱਲ ਪੈ ਜਾਂਦੀ। ਉਹ ਜਾਣੇ ਹੀ ਉਹਦੇ ਕਰਕੇ ਜਾਂਦੇ ਨੇ ਵੀ ਇਹ ਤਾਂ ਜੀ ਇੰਝ ਹੀ ਬੋਲਦੇ ਨੇ। ਮਾਰੇ ਕਹਿੰਦੇ ਉਹਨਾਂ ਦਾ ਪ੍ਰਭਾਵ ਜਿਹੜਾ ਭਾਵੇਂ ਉਹ ਅੰਦਰੋਂ ਜਿੰਨੇ ਮਰਜ਼ੀ ਠੀਕ ਹੋਣ, ਪਰ ਜਿਹੜੀ ਬੋਲ ਬਾਣੀ ਹੈ ਉਹਨਾਂ ਦੀ, ਬੋਲ ਬਾਣੀ ਨਾਲ ਹੀ ਉਹਨਾਂ ਦਾ ਪ੍ਰਭਾਵ ਜਿਹੜਾ ਉਹ ਚਲਾ ਜਾਂਦਾ ਹੈ। ਹਾਂਜੀ। ਫਿੱਕਾ ਦਰਗਹਿ ਸੱਟੀਐ, ਫਿੱਕਾ ਦਰਗਹਿ ਸੱਟੀਐ, ਮੂੰਹ ਥੁੱਕਾ ਫਿੱਕੇ ਪਾਏ, ਮੂੰਹ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ, ਪਾਣਾ ਲਹੈ ਸਜਾਏ। ਫਿੱਕਾ ਦਰਗਹਿ ਸੱਟੀਐ, ਮੂੰਹ ਥੁੱਕਾ ਫਿੱਕੇ ਪਾਏ। ਤੇ ਮਾਰੇ ਕਹਿੰਦੇ ਜਿਹੜੇ ਇਸ ਤਰ੍ਹਾਂ ਦੇ ਅੰਦਰੋਂ ਰੁੱਖੇ ਜਿਹੇ ਮਨੁੱਖ ਨੇ, ਭੈੜਾ ਬੋਲਣ ਵਾਲੇ ਨੇ, ਉਸ ਮਾਲਕ ਦੇ ਦਰ ਦੇ ਉੱਤੇ ਕਹਿੰਦੇ ਬਾਹਰ ਸੁੱਟ ਦਿੱਤੇ ਜਾਂਦੇ ਨੇ। ਤੇ ਉੱਥੇ ਵੀ ਉਹਨਾਂ ਦੇ ਮੂੰਹ ਤੇ ਥੁੱਕਾ ਭਾਵ ਬੇਇੱਜ਼ਤੀ ਹੁੰਦੀ। ਫਿੱਕਾ ਮੂਰਖ ਆਖੀਐ, ਪਾਣਾ ਲਹੈ ਸਜਾਏ। ਕਿਉਂਕਿ ਫਿੱਕੇ ਬੋਲਣ ਵਾਲੇ ਨੂੰ, ਫਜ਼ੂਲ ਬੋਲਣ ਵਾਲੇ ਨੂੰ, ਕੌੜਾ ਬੋਲੇ ਜਾਣ ਵਾਲੇ ਨੂੰ ਆਮ ਕਰਕੇ ਮਾਰੇ ਕਹਿੰਦੇ ਫਿਰ ਕਈ ਵਾਰੀ ਜੁੱਤੀਆਂ ਖਾਣ ਦਾ ਵੀ ਸਾਹਮਣਾ ਪੈਣਾ ਪੈ ਸਕਦਾ ਹੈ। ਕਿਉਂਕਿ ਜ਼ਬਾਨ ਦਾ ਰਸ ਹੈ। ਇਹ ਜ਼ਬਾਨ ਇੱਕ ਐਸੀ ਚੀਜ਼ ਹੈ, ਭਾਵੇਂ ਇਹਦੇ ਵਿੱਚ ਹੱਡੀ ਕੋਈ ਨਹੀਂ, ਪਰ ਇਹ ਹੱਡ ਤੜਵਾ ਦਿੰਦੀ। ਇਹ ਜ਼ਬਾਨ ਹੈ ਨਾ ਜਿਹੜੀ, ਇਹ ਕਹਿੰਦੇ ਜ਼ਬਾਨ ਨੂੰ ਹਮੇਸ਼ਾ ਹੀ ਸੰਭਾਲ ਕੇ ਬੋਲੋ। ਜਰਾ ਕਿ ਇੱਧਰ ਨੂੰ ਹੋਈ, ਟੇਢੀ ਹੋਈ ਨਹੀਂ ਤੇ ਇਹ ਕਈ ਵਾਰੀ ਜੁੱਤੀਆਂ ਵੀ ਪਵਾ ਨਹੀਂ। ਮਾਰੇ ਕਹਿੰਦੇ ਪਾਣਾ ਲਹਿ ਸਜਾਏ,
ਇਸ ਕਰਕੇ ਉਹ ਮੂਰਖ ਆਖਿਆ ਜਾਂਦਾ, ਭਾਈ ਇਹ ਤੇ ਮੂਰਖ ਹੈ, ਇਹਨੂੰ ਬੋਲਣਾ ਨਹੀਂ ਆਉਂਦਾ। ਤੇ ਕਈ ਵਾਰੀ ਕਹਿੰਦੇ ਜੁੱਤੀਆਂ ਵੀ ਖਾ ਪੈਂਦਾ, ਪਾਣਾ ਲਹਿਸ ਜੁੱਤੀਆਂ ਦੀ ਮਾਰ ਸਜ਼ਾ ਵੀ ਭੁਗਤ ਲੈਂਦਾ ਇਹਦੀ ਜ਼ਬਾਨ ਕਰਕੇ। ਹਾਂਜੀ। ਮਹੱਲਾ ਪਹਿਲਾ। ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ, ਦੁਨੀਆ ਅੰਦਰ ਫੈਲ। 8-60 ਤੀਰਥ ਜੇ ਨਾਵ ਹੈ, 8-8 ਤੀਰਥ ਜੇ ਨਾਵ ਹੈ, ਉਤਰੈ ਨਹੀਂ ਮੈਲ। ਮਹੱਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 8-60 ਤੀਰਥ ਜੇ ਨਾਵੈ, ਉਤਰੈ ਨਾਹੀ ਮੈਲ। ਤੇ ਮਹਾਰਾਜ ਕਹਿੰਦੇ ਭਾਈ ਅੰਦਰੋਂ ਝੂਠੇ, ਜਿਨ੍ਹਾਂ ਦੇ ਅੰਦਰ ਤੇ ਝੂਠ ਹੈ, ਪੈਜ ਬਾਹਰ, ਤੇ ਬਾਹਰ ਦੁਨੀਆ ਦੇ ਵਿੱਚ ਬੜਾ ਨਾਮ ਹੈ, ਬੜੀ ਦੂਰ ਤੱਕ ਲੋਕ ਜਾਣਦੇ ਨੇ। ਦੁਨੀਆ ਅੰਦਰ ਫੈਲ, ਤੇਰੇ ਦੁਨੀਆ ਅੰਦਰ ਫੈਲ ਮੀਨ ਦਿਖਾਵਾ, ਬਹੁਤ ਦੂਰ ਤੱਕ ਪਸਾਰਾ ਪਸਰਿਆ ਹੋਇਆ ਹੈ। 8-60 ਤੀਰਥ ਜੇ ਨਾਵੈ, ਐਸੇ ਲੋਕ ਜਿਹੜੇ ਅੰਦਰੋਂ ਝੂਠ ਨਾਲ ਭਰੇ ਹੋਏ ਨੇ, ਬਾਹਰ ਬੜਾ ਵਿਖਾਵਾ ਹੈ, ਬਾਹਰ ਲੋਕ ਬੜੀ ਇੱਜ਼ਤ ਕਰਦੇ ਨੇ। ਜਪਜੀ ਸਾਹਿਬ ਵਿੱਚ ਵੀ ਮਹਾਰਾਜ ਨੇ ਇਹ ਗੱਲ ਨੂੰ ਕਲੀਅਰ ਕੀਤਾ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੈ ਸਭ ਕੋਏ, ਚੰਗਾ ਨੌ ਰਖਾਇ ਕੈ, ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ। ਗੱਲ ਤੇ ਨਜ਼ਰ ਆਉਂਦੀ ਇੱਥੇ ਮੈਂ ਕਹਿੰਦੇ ਜੇ ਝੂਠ ਹੈ ਅੰਦਰ ਵਸਿਆ ਹੋਇਆ, ਅੰਦਰੋਂ ਹੋਰ ਨੇ ਬਾਹਰੋਂ ਹੋਰ ਨੇ। 8-60 ਤੀਰਥ ਜੇ ਨਹਾਵੈ, ਇੱਕ ਨਹੀਂ ਕਰੇ ਭਾਵੇਂ 68 ਤੀਰਥਾਂ ਤੇ ਇਸ਼ਨਾਨ ਕਰਾਉਣ, ਉਤਰੈ ਨਾਹੀ ਮੈਲ। ਇਹ ਵਿਕਾਰਾਂ ਦੀ ਮੈਲ ਨਹੀਂ ਲਏਗੀ, ਭਾਵੇਂ ਜਿੰਨੇ ਮਰਜ਼ੀ ਤੀਰਥਾਂ ਤੇ ਇਸ਼ਨਾਨ ਕਰਕੇ ਆ ਜਾਣ। ਹਾਂਜੀ। ਜਿਨ ਪਟ ਅੰਦਰ ਬਾਹਰ ਗੁੱਦੜ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤੇ ਭਲੇ ਸੰਸਾਰ, ਤਿਨ ਨੇਹ ਲੱਗਾ ਰੱਬ ਸੇਤੀ, ਤਿਨ ਨੇਹ ਲੱਗਾ ਰੱਬ ਸੇਤੀ, ਦੇਖਨੇ ਵਿਚਾਰ, ਦੇਖਨੇ ਵਿਚਾਰ। ਤੇ ਦੂਜੇ ਪਾਸੇ ਉਹਨਾਂ ਲੋਕਾਂ ਦੀ ਗੱਲ ਕਰਦੇ ਨੇ ਜਿਹੜੇ ਉਸ ਪ੍ਰਮਾਤਮਾ ਨਾਲ ਜੁੜੇ ਹੋਏ ਨੇ, ਭਾਵੇਂ ਉਹਨਾਂ ਨੂੰ ਗੁਆਂਢ 'ਚ ਕੋਈ ਨਹੀਂ ਜਾਣਦਾ, ਭਾਵੇਂ ਉਹ ਕੁੱਲੀ 'ਚ ਰਹਿੰਦੇ ਨੇ, ਭਾਵੇਂ ਉਹ ਪਾਟੇ ਹੋਏ ਕੱਪੜੇ ਪਾਈ ਫਿਰਦੇ ਨੇ, ਮੈਂ ਕਹਿੰਦਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਸ ਪ੍ਰਮਾਤਮਾ ਦਾ। ਜਿਨ ਪਟ ਅੰਦਰ ਬਾਹਰ ਗੁੱਦੜ, ਜਿਹੜੇ ਅੰਦਰੋਂ ਪੱਟ ਵਰਗੇ ਨੇ, ਰੇਸ਼ਮ ਵਰਗੇ, ਭਾਵ ਅੰਦਰੋਂ ਸ਼ੁਭ ਗੁਣਾਂ ਨਾਲ ਭਰਪੂਰ ਨੇ। ਸਤ, ਸੰਤੋਖ, ਦਇਆ, ਧਰਮ, ਸਹਿਜ, ਹਲੀਮੀ, ਨਿਮਰਤਾ, ਸਹਿਜ ਜਿਨ੍ਹਾਂ ਦੇ ਅੰਦਰ ਹੈ, ਤੇ ਬਾਹਰ ਗੁੱਦੜ, ਬਾਹਰੋਂ ਭਾਵੇਂ ਲੀਰਾਂ ਹੀ ਨੇ ਪਾਈਆਂ ਹੋਈਆਂ, ਤੇ ਭਲੇ ਸੰਸਾਰ। ਤੇ ਮਹਾਰਾਜ ਕਹਿੰਦੇ ਭਾਈ ਇਹ ਸੰਸਾਰ ਵਿੱਚ ਉਹ ਭਲੇ ਪੁਰਸ਼ ਨੇ, ਚੰਗੇ ਨੇ, ਸਭ ਤੋਂ ਉੱਤਮ ਨੇ। ਤਿਨ ਨਹੀਂ ਲੱਗਾ ਰੱਬ ਸੇਤੀ, ਦੇਖਣੇ ਵਿਚਾਰ। ਉਹਨਾਂ ਦਾ ਪਰਮਾਤਮਾ ਨਾਲ ਨਿਉ ਹੈ ਲੱਗਾ ਹੋਇਆ ਹੈ, ਉਸ ਪਰਮਾਤਮਾ ਨਾਲ ਪ੍ਰੇਮ ਹੈ। ਇਸ ਕਰਕੇ ਕਿ ਹੇ ਪ੍ਰਭੂ ਸਾਨੂੰ ਤੇਰੇ ਦੀਦਾਰ ਕਦੋਂ ਹੋਣਗੇ, ਉਹਨਾਂ ਅੰਦਰ ਇਹ ਵਿਚਾਰਾਂ ਚੱਲਦੀਆਂ ਨੇ ਦਰਸ਼ਨਾਂ ਦੀਆਂ। ਉਹ ਤੇ ਦਰਸ਼ਨਾਂ ਦੇ ਖਾਤਰ ਵਿਚਾਰ ਕਰਦੇ ਨੇ, ਉਸ ਮਾਲਕ ਦੇ ਨਾਲ ਜੁੜੇ ਹੋਏ ਨੇ ਅੰਦਰੋਂ, ਭਾਵ ਉਹਨੂੰ ਸਿਮਰਦੇ ਰਹਿੰਦੇ ਨੇ, ਆਰਾਧਦੇ ਰਹਿੰਦੇ ਨੇ, ਧਿਆਉਂਦੇ ਰਹਿੰਦੇ ਨੇ ਹਮੇਸ਼ਾ। ਹਾਂਜੀ। ਰੰਗ ਹੱਸੈ ਰੰਗ ਰੋਵੈ, ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ, ਚੁੱਪ ਪੀ ਕਰ ਜਾਹੇ, ਪਰਵਾਹ ਨਾਹੀ ਕਿਸੈ ਕੇਰੀ, ਪਰਵਾਹ ਨਾਹੀ ਕਿਸੈ ਕੇਰੀ, ਵਾਜ ਸੱਚੇ ਨਾਹਾ, ਦਰ ਬਾਟ ਉੱਪਰ ਖਰਚ ਮੰਗਾ, ਜਬ ਦੇ ਤਾਂ ਖਾਹੇ। ਰੰਗ ਹੱਸੈ ਰੰਗ ਰੋਵੈ, ਚੁੱਪ ਪੀ ਕਰ ਜਾਹੇ। ਮਹਾਰਾਜ ਕਹਿੰਦੇ ਨੇ ਉਹ ਪੁਰਸ਼ ਨੇ ਜਿਹੜੇ ਅੰਦਰੋਂ ਪੱਟ ਨੇ, ਜਿਹੜੇ ਅੰਦਰੋਂ ਉਹਨੂੰ ਸਿਮਰਦੇ ਨੇ, ਧਿਆਉਂਦੇ ਨੇ,
ਉਹਦੀ ਮੌਜ ਵਿੱਚ, ਭਾਵ ਉਹਦੀ ਰਜ਼ਾ ਵਿੱਚ ਰਹਿੰਦੇ ਨੇ। ਰੰਗ ਹੱਸੈ, ਉਹਦੇ ਰੰਗ ਵਿੱਚ, ਉਹਦੇ ਪ੍ਰੇਮ ਵਿੱਚ ਹੱਸਦੇ ਨੇ, ਪ੍ਰੇਮ ਵਿੱਚ ਹੀ ਰੋਂਦੇ ਨੇ। ਭਾਵ ਜੇ ਉਹ ਰੋਂਦੇ ਨੇ ਤਾਂ ਉਹਦੇ ਵਿਛੋੜੇ 'ਚ ਰੋਂਦੇ ਨੇ। ਇਹ ਦੁਨੀਆ ਦੇ ਪਦਾਰਥਾਂ ਨੂੰ ਨਹੀਂ ਰੋਂਦੇ, ਉਹ ਮੋਇਆਂ ਨੂੰ ਨਹੀਂ ਰੋਂਦੇ। ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਹੇ। ਕਦੇ ਉਹ ਚੁੱਪ ਵੀ ਕਰ ਜਾਂਦੇ ਨੇ ਕਿਉਂਕਿ ਰਜਾ 'ਚ ਰਹਿੰਦੇ ਨੇ। ਉਹਨਾਂ ਲਈ ਦੁੱਖ ਤੇ ਸੁੱਖ ਬਰਾਬਰ ਇੱਕੋ ਜਿਹੇ, ਕੁਝ ਨਹੀਂ ਪਾਉਂਦਾ ਉਹਨਾਂ ਨੂੰ। ਪ੍ਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹਾਂ। ਉਹ ਸੱਚੇ ਨਾਹਾਂ, ਵਾਹਿਗੁਰੂ ਅਕਾਲ ਪੁਰਖ ਤੋਂ ਬਿਨਾਂ, ਮਾਲਕ ਤੋਂ ਬਿਨਾਂ ਉਹਨਾਂ ਨੂੰ ਕਿਸੇ ਦੀ ਕੋਈ ਪਰਵਾਹ ਨਹੀਂ। ਪਰਵਾਹ ਹੋਣਾ ਭਾਵ ਕਿਸੇ ਦੀ ਗੁਲਾਮੀ ਨਹੀਂ ਭੁਗਤਦੇ। ਉਹ ਕਿਸੇ ਅੱਗੇ ਸੀਸ ਨਹੀਂ ਝੁਕਾਉਂਦੇ, ਬਾਰ-ਬਾਰ ਜਾ ਕੇ ਮੰਗਣੀਆਂ ਵਾਂਗੂ ਲੇਲੜੀਆਂ ਨਹੀਂ ਕੱਢਦੇ ਵੀ ਉੱਥੋਂ ਵੀ ਮਿਲ ਜਾਏ, ਉੱਥੋਂ ਵੀ ਮਿਲ ਜਾਏ। ਉਹਨਾਂ ਨੂੰ ਪਤਾ ਹੈ ਕਿ ਦੱਦਾ ਦਾਤਾ ਇੱਕ ਹੈ। ਉਹ ਜਾਣਦੇ ਨੇ ਇਸ ਗੱਲ। ਸਭ ਕੋ ਦੇਵਨਹਾਰ, ਉਹ ਦੇਣ ਵਾਲਾ ਸਾਰਿਆਂ ਨੂੰ। ਉਹਦੀ ਰਜ਼ਾ ਵਿੱਚ, ਉਹਦੇ ਹੁਕਮ ਵਿੱਚ ਰਹਿੰਦੇ ਨੇ, ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ। ਉਹਨਾਂ ਦਾ ਹੱਸਣਾ, ਉਹਨਾਂ ਦਾ ਰੋਣਾ ਵੀ ਉਹਦੀ ਰਜ਼ਾ ਵਿੱਚ ਹੈ। ਦਰਬਾਟ ਉੱਪਰ ਖਰਚ ਮੰਗਾ ਜਬੈ ਦੇ ਤਾਂ ਖਾਏ। ਉਹ ਤੇ ਤੇਰੇ ਦਰ ਦੇ ਉੱਤੇ ਖੜੋਤੇ ਨੇ। ਕਹਿੰਦੇ ਜੇ ਖਰਚ ਮੰਗਦੇ ਨੇ, ਜਿਵੇਂ ਆਪਣੇ ਪਿਓ ਤੋਂ ਮੰਗਦੇ ਨੇ, ਉਹ ਤੇ ਸਿਰਫ ਤੇਰੇ ਕੋਲ ਹੀ ਮੰਗਦੇ ਨੇ। ਜਦੋਂ ਤੂੰ ਦਿੰਦਾ ਉਦੋਂ ਹੀ ਖਾਂਦੇ ਨੇ, ਭਾਵ ਕਿਸੇ ਦੇ ਦਿੱਤਾ ਨਹੀਂ ਖਾਂਦੇ। ਪਰ ਤੂੰ ਦਾਤਾ ਦਾਤਾਰ, ਤੇਰਾ ਦਿੱਤਾ ਖਾਵਣ। ਉਹ ਤਾਂ ਤੇਰੇ ਦਰ ਤੇ ਖੜੋਤੇ ਨੇ, ਉਹ ਹੋਰ ਦਰ ਤੇ ਨਹੀਂ ਜਾਂਦੇ। ਇਸ ਕਰਕੇ ਉਹ ਤੂੰ ਉਹਨਾਂ ਨੂੰ ਜੋ ਵੀ ਦਿੰਦਾ ਉਹਦੇ ਵਿੱਚ ਉਹ ਖੁਸ਼ ਰਹਿੰਦੇ ਨੇ, ਆਨੰਦ ਰਹਿੰਦੇ ਨੇ। ਹਾਂਜੀ। दीवान एको कलम एका, दीवान एको कलम एका, हमा तुमा मेल, हमा तुमा मेल, दर लए लेखा पीड़ छुटै, दर लए लेखा पीड़ छुटै, नानका ज्यों तेल, नानका ज्यों तेल। दीवान एको कलम एका, हमा तुमा मेला, दर लय लेखा पीड़ छुटै, नानका ज्यों तेला। महाराज कहते कि वो तेरे दर ते बैठे ने, वो तेरे दर तो ही मंगते ने ते नाल इस गल नूं भी जानते ने। दीवान एको कलम एका, दीवान कचहरी भी उस मालिक दी इको ही है, कलम भी उहदी चलदी है, होर किसी दी नहीं चलती। वो लेखा में लिखण वाला वो आप है, सुख ते दुख हमा तुमा मेला। उत्थे मालक दे दर उत्ते कोई वड्डा जां छोटा नहीं, मैं सारे ही बराबर ने। उत्थे नहीं कि असीं आ के तुसीं हमा के तुमा, भाव वो मेरा के बगाना, क्योंकि उत्थे अपना बगाना कोई नहीं है। उत्थे लेखा लैंदा फिर वो कहने बिल्कुल तिल जिन्ना। ਇੱਥੇ ਮਾਰੇ ਬੜਾ ਵਧੀਆ ਢੰਗ ਤਰੀਕਾ ਦੱਸਦੇ ਨੇ ਕਿ ਦਰ ਲਏ ਲੇਖਾ ਪੀੜ ਸੁੱਟੈ। ਜਿਵੇਂ ਤੇਲਾਂ ਵਿੱਚੋਂ ਤੇਲ ਕੱਢ ਕੇ ਬਚ ਕੁਝ ਨਹੀਂ ਨਾ ਬਚਦਾ, ਕਹਿੰਦੇ ਉਹ ਇਸ ਤਰ੍ਹਾਂ ਲੇਖਾ ਲੈਂਦਾ ਸਾਡਾ, ਕੱਲੀ ਕੱਲੀ ਪਾਈ ਪਾਈ ਦਾ, ਮਿੰਟ ਮਿੰਟ ਦਾ, ਸਕਿੰਟ ਸਕਿੰਟ ਦਾ। ਨਾਨਕਾ ਜਿਉਂ ਤੇਲ, ਤੇ ਮਾਰੇ ਕਹਿੰਦੇ ਜਿਸ ਤਰ੍ਹਾਂ ਤਿਲਾਂ ਵਿੱਚੋਂ ਤੇਲ ਨਿਕਲ ਜਾਂਦਾ ਹੈ ਨਾ, ਕਹਿੰਦੇ ਇਸ ਤਰ੍ਹਾਂ ਸੱਚ ਦਾ ਸੱਚ ਤੇ ਝੂਠ ਦਾ ਫੋਕਟ ਦਾ ਫੋਕਟ ਇੱਕ ਪਾਸੇ ਕਰ ਦਿੰਦਾ। ਭਾਵ ਉਸ ਮਾਲਕ ਦੇ ਦਰ ਦੇ ਉੱਤੇ ਕੋਈ ਸਿਫਾਰਿਸ਼ ਜਾਂ ਕੋਈ ਕਵੇ ਕਿ ਮੈਂ ਤੈਨੂੰ ਪਾਰ ਕਰ ਦਿਆਂਗਾ, ਮੇਰਾ ਨਾਮ ਲੈ ਲੈ, ਕਹਿੰਦੇ ਨਾਮ ਲੈਣ ਵਾਲੀ ਗੱਲ ਨਹੀਂ। ਉੱਥੇ ਦੇ ਜਿਹੜੇ ਮਾਲਕ ਦੇ ਦਰ ਦੇ ਉੱਤੇ ਜਿਹੋ ਜਿਹੇ ਅਸੀਂ ਕਰਮ ਕਰਕੇ ਜਾਂਦੇ ਹਾਂ ਨਾ, ਕਿਉਂਕਿ ਕਰਮਾਂ ਦਾ ਨਿਬੇੜਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਨਾਲ ਹੋਰਾਂ ਦਾ ਵੀ ਛੁਟਕਾਰਾ ਹੋ ਜਾਂਦਾ ਹੈ। ਇੱਥੇ ਮਹਾਰਾਜ ਇਹ ਗੱਲ ਗੁਰੂ ਨਾਨਕ ਪਾਤਸ਼ਾਹ ਸਾਨੂੰ ਪੂਰੀ ਤਰ੍ਹਾਂ ਸਮਝਾ ਦਿੱਤਾ ਕਿ ਭਾਈ ਜਿਹੜੇ ਤੇਰੇ ਸਿਮਰਨ ਵਾਲੇ ਨੇ, ਧਿਆਉਣ ਵਾਲੇ ਨੇ, ਉਹ ਤੇਰੀ ਰਜ਼ਾ ਵਿੱਚ ਹਮੇਸ਼ਾ ਆਨੰਦ ਵਿੱਚ ਰਹਿੰਦੇ ਨੇ। ਹਾਂਜੀ। ਪੌੜੀ पौड़ी ਪੌੜੀ आपे ही करना कियो, आपे ही करना कियो, कल आपे ही तैं तारियै, कर आपे ही तैं धारियै, देखें कीता अपना, देखें कीता अपना, तर कच्ची पक्की सारी है, हर कच्ची पक्की सारी है, जो आया सो चल सी, जो आया सो चल सी,
सब कोई आई वारी है। ਕੋਈ ਆਈ ਵਾਰੀ ਹੈ। ਪੌੜੀ। ਹੁਣ ਪੌੜੀ ਵਿੱਚ ਮਹਾਰਾਜ ਨੇ ਨਿਰਣਾ ਕੀਤਾ ਕਿ ਭਾਈ ਆਪਣੇ ਮੂੰਹ ਨਾਲ, ਇਸ ਜ਼ਬਾਨ ਨਾਲ ਕਿਸੇ ਨੂੰ ਮੰਦਾ ਨਾ ਕਹਿ, ਕਿਉਂਕਿ ਸਾਡੇ ਕੋਲ ਕੋਈ ਪੈਮਾਨਾ ਨਹੀਂ ਅਸੀਂ ਕਿਸੇ ਨੂੰ ਚੰਗਾ ਜਾਂ ਮਾੜਾ ਕਹਿ ਸਕੀਏ। ਉਸਤ ਨਿੰਦਾ ਦੋ ਵਰਜਿਤ, ਸਾਨੂੰ ਤੇ ਦੋਵੇਂ ਵਰਜ ਕੀਤੀ ਮਾਰੇ, ਨਾ ਹੀ ਕਿਸੇ ਦੀ ਉਸਤਤ ਕਰ ਤੇ ਨਾ ਹੀ ਕਰ ਨਿੰਦਿਆ ਕਿਸੇ ਦੀ। ਕਿਉਂ? ਕਿਉਂਕਿ ਹੋ ਸਕਦਾ ਹੈ ਜਿਹਦੀ ਤੂੰ ਅੱਜ ਨਿੰਦਿਆ ਕਰਦਾ ਕੱਲ ਨੂੰ ਤੈਨੂੰ ਉਹਦੀ ਉਸਤਤ ਕਰਨੀ ਪੈ ਜਾਏ, ਜਿਹਦੀ ਤੂੰ ਅੱਜ ਉਸਤਤ ਪਿਆ ਕਰਦਾ ਕੱਲ ਨੂੰ ਹੋ ਸਕਦਾ ਉਹਦੀ ਨਿੰਦਿਆ ਕਰਨੀ ਪੈ ਸਕਦੇ। ਕਿਉਂਕਿ ਦੁਨੀਆ ਦੇ ਉੱਤੇ ਜਿਹੜਾ ਵੀ ਜੀਵ ਆਇਆ ਹੈ, ਜਿੰਨੇ ਵੀ ਜੀਵ ਆਏ ਆ ਅਸੀਂ ਸਾਰੇ ਦੇ ਸਾਰੇ, ਉਸ ਮਾਲਕ ਨੇ ਦੋਵਾਂ ਚੀਜ਼ਾਂ ਦੇ ਕੇ ਤੋਰੀਆਂ, ਚੰਗਿਆਈ ਤੇ ਬੁਰਿਆਈ। ਦੁਨੀਆ ਤੇ ਕੋਈ ਜੀਵ ਇਹੋ ਜਿਹਾ ਨਹੀਂ ਜਿਹਦੇ 'ਚ ਔਗਣ ਨਹੀਂ, ਦੁਨੀਆ ਤੇ ਕੋਈ ਵੀ ਜੀਵ ਇਹੋ ਜਿਹਾ ਨਹੀਂ ਜਿਹਦੇ 'ਚ ਗੁਣ ਨਹੀਂ। ਤੇ ਮਹਾਰਾਜ ਨੇ ਇੱਥੇ ਵਰਜਿਆ ਸਾਨੂੰ, ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈ ਧਾਰੀਐ। ਹੇ ਪ੍ਰਭੂ ਤੂੰ ਆਪ ਹੀ ਸਾਰੀ ਰਚਨਾ ਪੈਦਾ ਕੀਤੀ ਤੇ ਆਪਣੀ ਕਲਾ ਵਿੱਚ ਆਪ ਧਾਰਨ ਕੀਤੀ, ਆਪਣੀ ਕਲਾ ਆਪਣੀ ਸ਼ਕਤੀ ਵਿੱਚ ਤੂੰ ਆਪ ਪਾਈ ਸਭ ਦੇ। ਦੇਖੈ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ। ਇਸ ਆਪਣੀ ਬਣਾਈ ਹੋਈ ਰਚਨਾ ਨੂੰ ਤੂੰ ਆਪ ਵੇਖਦਾ ਕਿਹੜੀ ਨਰਦ ਕੱਚੀ ਹੈ ਕਿਹੜੀ ਪੱਕੀ, ਭਾਵ ਕਿਹੜੇ ਜੀਵ ਚੰਗੇ ਨੇ ਕਿਹੜੇ ਮੰਦੇ ਨੇ, ਇਹ ਤੇ ਤੂੰ ਜਾਣਦਾ। ਸਾਨੂੰ ਨਹੀਂ ਪਤਾ ਕਿ ਕੌਣ ਚੰਗਾ ਹੈ ਕੌਣ ਮਾੜਾ ਹੈ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ। ਇਹ ਸੰਸਾਰ ਤੇ ਜਿਹੜਾ ਵੀ ਆਇਆ ਉਹ ਜਾਏਗਾ, ਕਿਉਂਕਿ ਸਭ ਦੀ ਵਾਰੀ ਆਪੋ ਆਪਣੀ, ਵਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਇੱਥੇ ਕਹਿੰਦੇ ਕੋਈ ਧੀਰਜ ਨਹੀਂ ਹੈ ਕਿਸੇ ਦਾ, ਭਾਵੇਂ ਉਹ ਚੰਗਾ ਤੇ ਭਾਵੇਂ ਮਾੜਾ, ਆਪੋ ਆਪਣੇ ਸਮੇਂ ਮੁਤਾਬਕ ਆਪੋ ਆਪਣੀ ਵਾਰੀ ਮੁਤਾਬਕ ਸਾਰੇ ਹੀ ਜਾ ਰਹੇ ਨੇ। ਕਿਉਂਕਿ ਦੁਨੀਆ ਦੇ ਵਿੱਚ ਆਪਾਂ ਵੇਖਦੇ ਹਾਂ ਕੋਈ ਬੰਦਾ ਚੰਗਾ ਹੈ ਉਹ ਕਿਸੇ ਲਈ ਚੰਗਾ ਹੈ ਕਿਸੇ ਲਈ ਮਾੜਾ ਹੈ। ਅਸੀਂ ਕੋਈ ਜ਼ਰੂਰੀ ਨਹੀਂ ਕਿਸੇ ਨੂੰ ਮਾਂ ਕਿਸੇ ਨੂੰ ਵਾਦੀ ਤੇ ਕਿਸੇ ਨੂੰ ਸਵਾਦੀ, ਹੋ ਸਕਦਾ ਸਾਡੇ ਲਈ ਮਾੜਾ ਹੋਵੇ ਕਿਸੇ ਲਈ ਚੰਗਾ ਹੋਏਗਾ। ਇਸ ਕਰਕੇ ਅਸੀਂ ਬਈ ਆਪਣਾ ਠੱਪਾ ਨਹੀਂ ਲਾ ਸਕਦੇ ਵੀ ਇਹ ਚੰਗਾ ਹੈ ਜਾਂ ਮਾੜਾ ਹੈ, ਇਹ ਤੇ ਉਹ ਆਪ ਜਾਣਦਾ ਹੈ। ਇਹ ਸੰਸਾਰ ਤੇ ਜੋ ਵੀ ਆਇਆ ਮਾਰੇ ਨੇ ਭਾਵੇਂ ਚੰਗਾ ਹੈ ਤੇ ਭਾਵੇਂ ਮਾੜਾ ਹੈ, ਇਸ ਸੰਸਾਰ ਤੋਂ ਆਪਣੀ ਵਾਰੀ ਅਨੁਸਾਰ ਚਲਾ ਜਾਏਗਾ। ਹਾਂਜੀ। जिसके जी प्राण हैं, जिसके जी प्राण हैं, क्यों साहिब मन हो विसारी है। क्यों साहिब मन हो विसारी है। आपन हथिया मेरे राम हम बारक हर प्रभ के हैं ए आणे हैं। हम बारक हर प्रभ के हैं ए आणे।